ਇੱਕ ਵਾਰ ਦੀ ਗੱਲ ਹੈ ਕਿ ਇੱਕ ਸਾਧੂ ਜੰਗਲ ਵਿੱਚ ਬੈਠ ਕੇ ਧਿਆਨ ਕਰਿਆ ਕਰਦਾ ਸੀ ਤੇ ਉਹ ਹਰ ਰੋਜ਼ ਇੱਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਂਦੇ ਹੋਏ ਦੇਖਦਾ ਸੀ। ਇੱਕ ਦਿਨ ਉਸਨੇ ਲੱਕੜਹਾਰੇ ਨੂੰ ਰੋਕਿਆ ਤੇ ਕਿਹਾ ਕਿ ਤੂੰ ਦਿਨ ਭਰ ਲੱਕੜਾਂ ਕੱਟਦਾ ਹੈ ਤੇ ਉਹਨਾਂ ਲੱਕੜਾਂ ਨੂੰ ਬਾਜ਼ਾਰ ਵਿੱਚ ਵੇਚ ਕੇ 2 ਵਕਤ ਦੀ ਚੰਗੀ ਰੋਟੀ ਵੀ ਜੁਟਾ ਨਹੀਂ ਪਾਉਂਦਾ। ਤੂੰ ਜ਼ਰਾ ਜੰਗਲ ਦੇ ਅੱਗੇ ਤੱਕ ਕਿਉਂ ਨਹੀਂ ਜਾਂਦਾ? ਉੱਥੇ ਅੱਗੇ ਚੰਦਨ ਦੇ ਦਰਖਤਾਂ ਦਾ ਜੰਗਲ ਹੈ। ਇੱਕ ਦਿਨ ਤੂੰ ਲੱਕੜਾਂ ਕੱਟ ਕੇ ਲੈ ਜਾਵੇਂਗਾ ਤਾਂ ਤੇਰੇ ਹਫ਼ਤੇ ਦੇ ਖਾਣੇ ਦਾ ਪ੍ਰਬੰਧ ਹੋ ਜਾਵੇਗਾ। ਤਾਂ ਉਹ ਗਰੀਬ ਲੱਕੜਹਾਰੇ ਨੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਹ ਸੋਚਦਾ ਸੀ ਕਿ ਜਿੰਨਾ ਉਹ ਜੰਗਲ ਬਾਰੇ ਜਾਣਦਾ ਹੈ ਉਨਾ ਹੋਰ ਕੋਈ ਵੀ ਨਹੀਂ ਜਾਣਦਾ। ਤੇ ਜੰਗਲ ਵਿੱਚੋਂ ਲੱਕੜਾਂ ਕੱਟਦੇ ਕੱਟਦੇ ਤਾਂ ਉਸਦੀ ਜ਼ਿੰਦਗੀ ਗੁਜ਼ਰੀ ਹੈ ਤੇ ਸਾਧੂ ਤਾਂ ਇੱਥੇ ਬੈਠਾ ਰਹਿੰਦਾ ਹੈ, ਇਸ ਨੂੰ ਕੀ ਪਤਾ ਹੋਵੇਗਾ। ਪਹਿਲਾਂ ਤਾਂ ਉਸਦਾ ਮਨ ਮੰਨਣ ਦੇ ਲਈ ਤਿਆਰ ਨਹੀਂ ਸੀ ਤੇ ਫਿਰ ਉਸਨੇ ਸੋਚਿਆ ਕਿ ਕੀ ਪਤਾ ਇਹ ਸਾਧੂ ਸੱਚ ਕਹਿ ਰਿਹਾ ਹੋਵੇ। ਉਸਨੇ ਝੂਠ ਬੋਲ ਕੇ ਲੈਣਾ ਵੀ ਕੀ ਹੈ। ਸ਼ਾਂਤ ਸੁਭਾਅ ਦਾ ਆਦਮੀ ਹੈ, ਦਿਆਲੂ ਵੀ ਲੱਗਦਾ ਹੈ, ਇਸ ਤੋਂ ਪਹਿਲਾਂ ਕਦੇ ਕੁਝ ਬੋਲਿਆ ਵੀ ਨਹੀਂ। ਇੱਕ ਵਾਰ ਮੰਨਣ ਦੇ ਵਿੱਚ ਹਰਜ ਵੀ ਕੀ ਹੈ। ਤੇ ਉਹ ਸਾਧੂ ਦੀ ਗੱਲ ਮੰਨ ਕੇ ਲੱਕੜਹਾਰਾ ਜੰਗਲ ਵਿੱਚ ਅੱਗੇ ਤੱਕ ਜਾਂਦਾ ਹੈ ਤੇ ਫਿਰ ਜਦੋਂ ਉਹ ਉੱਥੋਂ ਵਾਪਸ ਆਉਂਦਾ ਹੈ ਤਾਂ ਸਾਧੂ ਦੇ ਚਰਨਾਂ ਵਿੱਚ ਡਿੱਗ ਕੇ ਮਾਫੀਆਂ ਮੰਗਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਮਹਾਰਾਜ ਮੈਨੂੰ ਮਾफ़ ਕਰਿਓ। ਮੇਰੇ ਮਨ ਵਿੱਚ ਸ਼ੰਕਾ ਸੀ, ਕਿਉਂਕਿ ਮੈਂ ਸੋਚਦਾ ਸੀ ਕਿ ਮੇਰੇ ਨਾਲ ਜ਼ਿਆਦਾ ਇਸ ਜੰਗਲ ਨੂੰ ਹੋਰ ਕੋਈ ਵੀ ਨਹੀਂ ਜਾਣਦਾ। ਮੇਰਾ ਪਿਓ ਵੀ ਲੱਕੜਹਾਰਾ ਸੀ, ਉਸਦਾ ਪਿਓ ਵੀ ਲੱਕੜਹਾਰਾ ਸੀ। ਅਸੀਂ ਇਸੇ ਜੰਗਲ ਵਿੱਚੋਂ ਹੀ ਲੱਕੜਾਂ ਕੱਟ ਕੇ ਆਪਣਾ ਗੁਜ਼ਾਰਾ ਕਰਦੇ ਆ ਰਹੇ ਹਾਂ। ਕਦੇ ਇਹ ਸੋਚਿਆ ਹੀ ਨਹੀਂ ਕਿ ਇਸ ਤੋਂ ਅੱਗੇ ਵੀ ਕੁਝ ਹੋਵੇਗਾ। ਤੇ ਦੇਖੋ ਮੈਂ ਕਿੰਨਾ ਬਦਕਿਸਮਤ ਹਾਂ। ਕਾਸ਼ ਕਿਤੇ ਮੈਨੂੰ ਪਹਿਲਾਂ ਇਹ ਚੰਦਨ ਦੀਆਂ ਲੱਕੜਾਂ ਦਾ ਪਤਾ ਲੱਗ ਜਾਂਦਾ ਤਾਂ ਮੈਨੂੰ ਆਪਣੀ ਅੱਧੀ ਜ਼ਿੰਦਗੀ ਗਰੀਬੀ ਵਿੱਚ ਨਾ ਗੁਜ਼ਾਰਨੀ ਪੈਂਦੀ। ਤਾਂ ਸਾਧੂ ਨੇ ਉਸ ਆਦਮੀ ਨੂੰ ਕਿਹਾ ਕਿ ਕੋਈ ਫਿਕਰ ਨਾ ਕਰ, ਜਦੋਂ ਜਾਗੋ ਉਦੋਂ ਹੀ ਸਵੇਰਾ ਹੁੰਦਾ ਹੈ ਤੇ ਹੁਣ ਤੂੰ ਜਾ ਇਹਨਾਂ ਲੱਕੜਾਂ ਨੂੰ ਵੇਚ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ। ਉਸ ਦਿਨ ਤੋਂ ਬਾਅਦ ਉਸ ਲੱਕੜਹਾਰੇ ਦੇ ਦਿਨ ਫਿਰ ਗਏ। ਉਹ ਇੱਕ ਦਿਨ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲੈ ਜਾਂਦਾ ਤੇ ਫਿਰ ਹਫ਼ਤੇ ਤੱਕ ਉਸ ਨੂੰ ਜੰਗਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਬਾਜ਼ਾਰ ਵਿੱਚੋਂ ਉਸ ਨੂੰ ਉਹਨਾਂ ਲੱਕੜਾਂ ਦੀ ਇੰਨੀ ਕੀਮਤ ਮਿਲ ਜਾਂਦੀ ਸੀ ਜਿਸ ਦੇ ਨਾਲ ਉਹ ਆਪਣੇ ਕਈ ਹਫ਼ਤਿਆਂ ਦੇ ਰਾਸ਼ਨ ਦਾ ਬੰਦੋਬਸਤ ਕਰ ਲੈਂਦਾ ਸੀ। ਤੇ ਫਿਰ ਇਸੇ ਤਰ੍ਹਾਂ ਹੀ ਦਿਨ ਗੁਜ਼ਰਨ ਲੱਗੇ। ਲੱਕੜਹਾਰਾ ਹਫ਼ਤੇ ਵਿੱਚ ਇੱਕ ਦਿਨ ਜੰਗਲ ਜਾਂਦਾ, ਚੰਦਨ ਦੀਆਂ ਲੱਕੜਾਂ ਕੱਟਦਾ ਤੇ ਉਹਨਾਂ ਨੂੰ ਜਾ ਕੇ ਬਾਜ਼ਾਰ ਵਿੱਚ ਵੇਚ ਦਿੰਦਾ। ਤੇ ਫਿਰ ਇੱਕ ਦਿਨ ਜਦੋਂ ਉਹ ਚੰਦਨ ਦੀਆਂ ਲੱਕੜਾਂ ਕੱਟਣ ਦੇ ਲਈ ਜੰਗਲ ਵਿੱਚ ਜਾ ਰਿਹਾ ਸੀ ਤਾਂ ਉਹੀ ਸਾਧੂ ਉਸ ਨੂੰ ਫਿਰ ਮਿਲਿਆ। ਉਸਨੇ ਉਸ ਨੂੰ ਰੋਕਦੇ ਹੋਏ ਕਿਹਾ ਕਿ ਉਦੋਂ ਤੋਂ ਲੈ ਕੇ ਤੂੰ ਹੁਣ ਤੱਕ ਚੰਦਨ ਦੀਆਂ ਲੱਕੜਾਂ ਹੀ ਕੱਟ ਰਿਹਾ ਏ, ਅੱਗੇ ਨਹੀਂ ਗਿਆ? ਤੇਰੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਕਿ ਇਸ ਤੋਂ ਅੱਗੇ ਵੀ ਕੁਝ ਹੋ ਸਕਦਾ ਹੈ? ਤਾਂ ਆਦਮੀ ਨੇ ਸਾਧੂ ਨੂੰ ਕਿਹਾ ਕਿ ਮੇਰੇ ਮਨ ਵਿੱਚ ਤਾਂ ਇਹ ਖਿਆਲ ਹੀ ਨਹੀਂ ਆਇਆ ਕਿ ਚੰਦਨ ਤੋਂ ਅੱਗੇ ਵੀ ਕੁਝ ਹੋ ਸਕਦਾ ਹੈ। ਤਾਂ ਸਾਧੂ ਨੇ ਕਿਹਾ ਕਿ ਚੰਦਨ ਦੀਆਂ ਲੱਕੜਾਂ ਨੂੰ ਛੱਡ, ਅੱਗੇ ਜਾ, ਅੱਗੇ ਚਾਂਦੀ ਦੀ ਖਦਾਨ ਹੈ। ਜੇ ਤੂੰ ਇੱਕ ਦਿਨ ਚਾਂਦੀ ਲੈ ਜਾਵੇਂਗਾ ਤਾਂ ਤੇਰੇ 2-3 ਮਹੀਨੇ ਆਰਾਮ ਦੇ ਨਾਲ ਗੁਜ਼ਰ ਜਾਣਗੇ। ਉਹ ਆਦਮੀ ਸਾਧੂ ਤੇ ਹੁਣ ਭਰੋਸਾ ਕਰਨ ਲੱਗ ਗਿਆ ਸੀ ਤੇ ਫਿਰ ਉਹ ਚੰਦਨ ਦੇ ਜੰਗਲ ਤੋਂ ਅੱਗੇ ਗਿਆ। ਦੇਖ ਕੇ ਹੈਰਾਨ ਰਹਿ ਗਿਆ, ਉੱਥੇ ਸੱਚਮੁੱਚ ਹੀ ਇੱਕ ਚਾਂਦੀ ਦੀ ਖਦਾਨ ਸੀ। ਉਹ ਬਹੁਤ ਖੁਸ਼ ਹੋਇਆ। ਹੁਣ ਉਹ 3-4 ਮਹੀਨਿਆਂ ਵਿੱਚ ਇੱਕ ਵਾਰ ਆਉਂਦਾ, ਚਾਂਦੀ ਲੈ ਜਾਂਦਾ ਤੇ 4-5 ਮਹੀਨੇ ਆਰਾਮ ਦੇ ਨਾਲ ਰਹਿੰਦਾ। ਇਸੇ ਤਰ੍ਹਾਂ ਹੀ 1 ਸਾਲ ਗੁਜ਼ਰ ਗਿਆ ਤੇ ਫਿਰ ਇੱਕ ਦਿਨ ਜਦੋਂ ਉਹ ਲੱਕੜਹਾਰਾ ਚਾਂਦੀ ਲੈਣ ਲਈ ਜਾ ਰਿਹਾ ਸੀ ਤਾਂ ਉਹੀ ਸਾਧੂ ਉਸ ਨੂੰ ਫਿਰ ਤੋਂ ਮਿਲਿਆ। ਉਸ ਸਾਧੂ ਨੇ ਲੱਕੜਹਾਰੇ ਨੂੰ ਕਿਹਾ ਕਿ ਤੂੰ ਥੋੜ੍ਹਾ ਅੱਗੇ ਜਾ, ਤੈਨੂੰ ਸੋਨੇ ਦੀ ਖਦਾਨ ਮਿਲੇਗੀ। ਤੇ ਜਦੋਂ ਉਹ ਲੱਕੜਹਾਰਾ ਚਾਂਦੀ ਦੀ ਖਦਾਨ ਤੋਂ ਥੋੜ੍ਹਾ ਅੱਗੇ ਗਿਆ ਤਾਂ ਉਸਨੇ ਦੇਖਿਆ ਕਿ ਉੱਥੇ ਸੱਚਮੁੱਚ ਹੀ ਇੱਕ ਸੋਨੇ ਦੀ ਖਦਾਨ ਹੈ। ਇੰਨਾ ਸੋਨਾ ਜੋ ਉਸਦੀ ਪੂਰੀ ਜ਼ਿੰਦਗੀ ਬਦਲ ਸਕਦਾ ਸੀ। ਸੋਨੇ ਦੀ ਖਦਾਨ ਦਾ ਪਤਾ ਲੱਗਣ ਤੋਂ ਬਾਅਦ ਲੱਕੜਹਾਰੇ ਦੇ ਦਿਨ ਫਿਰ ਗਏ। ਉਹ ਇੱਕ ਵਾਰ ਸੋਨਾ ਲੈ ਜਾਂਦਾ ਤਾਂ ਸਾਲ ਭਰ ਜੰਗਲ ਵਿੱਚ ਆਉਣ ਦੀ ਉਸ ਨੂੰ ਜ਼ਰੂਰਤ ਨਾ ਪੈਂਦੀ। ਉਹਦੀ ਜ਼ਿੰਦਗੀ ਬਹੁਤ ਆਰਾਮ ਦੇ ਨਾਲ ਗੁਜ਼ਰਨ ਲੱਗੀ। ਇਸੇ ਤਰ੍ਹਾਂ ਹੀ ਕੁਝ ਸਾਲ ਬੀਤ ਗਏ ਤੇ ਫਿਰ ਜਦੋਂ ਉਹ ਲੱਕੜਹਾਰਾ ਫਿਰ ਤੋਂ ਸੋਨੇ ਦੀ ਖਦਾਨ ਵਿੱਚੋਂ ਸੋਨਾ ਲੈਣ ਦੇ ਲਈ ਜਾ ਰਿਹਾ ਸੀ ਤਾਂ ਉਸ ਨੂੰ ਉਹੀ ਸਾਧੂ ਫਿਰ ਤੋਂ ਮਿਲਿਆ। ਉਸ ਸਾਧੂ ਨੇ ਉਸ ਲੱਕੜਹਾਰੇ ਨੂੰ ਕਿਹਾ ਕਿ ਤੂੰ ਕਦੋਂ ਜਾਗੇਂਗਾ ਕਿ ਤੈਨੂੰ ਹਰ ਵਾਰ ਮੈਨੂੰ ਹੀ ਜਗਾਉਣਾ ਪਵੇਗਾ? ਤੇਰੇ ਮਨ ਵਿੱਚ ਇਹ ਵਿਚਾਰ ਨਹੀਂ ਆਉਂਦਾ ਕਿ ਇਸ ਸੋਨੇ ਦੀ ਖਦਾਨ ਤੋਂ ਮੈਂ ਅੱਗੇ ਜਾ ਕੇ ਵੀ ਦੇਖਾਂ, ਕੀ ਪਤਾ ਇਸ ਤੋਂ ਅੱਗੇ ਇਸ ਤੋਂ ਵੀ ਕੁਝ ਜ਼ਿਆਦਾ ਵਧੀਆ ਹੋਵੇ? ਲੱਕੜਹਾਰੇ ਨੇ ਕਿਹਾ ਕਿ ਮੇਰੇ ਮਨ ਵਿੱਚ ਤਾਂ ਇਹ ਖਿਆਲ ਕਦੇ ਆਉਂਦਾ ਹੀ ਨਹੀਂ। ਮੈਂ ਤਾਂ ਅਨਪੜ੍ਹ ਆਦਮੀ ਹਾਂ, ਮੈਨੂੰ ਤਾਂ ਇੰਨੀ ਸੋਝੀ ਹੀ ਨਹੀਂ ਹੈ। ਮੈਂ ਤਾਂ ਸੋਚਦਾ ਸੀ ਕਿ ਸੋਨੇ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ, ਬਸ ਇਹੀ ਆਖਰੀ ਚੀਜ਼ ਹੈ। ਤੇ ਫਿਰ ਸਾਧੂ ਨੇ ਉਸ ਨੂੰ ਕਿਹਾ ਕਿ ਤੂੰ ਸੋਨੇ ਦੀ ਖਦਾਨ ਤੋਂ ਅੱਗੇ ਜਾ, ਤੈਨੂੰ ਉੱਥੇ ਹੀਰੇ ਦੀ ਖਦਾਨ ਮਿਲੇਗੀ। ਤੇ ਫਿਰ ਜਦੋਂ ਉਹ ਆਦਮੀ ਉੱਥੋਂ ਅੱਗੇ ਜਾਂਦਾ ਹੈ ਤਾਂ ਉਸ ਨੂੰ ਆਪਣੀ ਅੱਖਾਂ ਉੱਤੇ ਭਰੋਸਾ ਨਹੀਂ ਹੁੰਦਾ। ਉੱਥੇ ਸੱਚਮੁੱਚ ਹੀ ਇੱਕ ਹੀਰੇ ਦੀ ਖਦਾਨ ਸੀ। ਹੁਣ ਤਾਂ ਲੱਕੜਹਾਰਾ ਇੱਕ ਵਾਰ ਹੀਰੇ ਲੈ ਜਾਂਦਾ ਤਾਂ ਕਈ ਸਾਲਾਂ ਤੱਕ ਉਸ ਨੂੰ ਜੰਗਲ ਵਿੱਚ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਸੀ। ਉਹ ਲੱਕੜਹਾਰਾ ਹੁਣ ਸਮੇਂ ਦੇ ਨਾਲ ਨਾਲ ਬੁੱਢਾ ਹੋ ਗਿਆ ਸੀ। ਇੱਕ ਦਿਨ ਜਦੋਂ ਉਹ ਜੰਗਲ ਵਿੱਚੋਂ ਹੀਰੇ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਫਿਰ ਤੋਂ ਉਹ ਸਾਧੂ ਮਿਲਿਆ। ਸਾਧੂ ਨੇ ਉਸ ਆਦਮੀ ਨੂੰ ਕਿਹਾ ਕਿ ਨਾ ਸਮਝ ਆਦਮੀ, ਤੂੰ ਅਜੇ ਵੀ ਹੀਰਿਆਂ ਵਿੱਚ ਹੀ ਰੁਕਿਆ ਹੋਇਆ ਹੈ। ਹੁਣ ਉਸ ਲੱਕੜਹਾਰੇ ਵਿੱਚ ਥੋੜ੍ਹੀ ਮੈਂ ਆ ਗਈ ਸੀ, ਕਿਉਂਕਿ ਹੁਣ ਉਹ ਅਮੀਰ ਹੋ ਗਿਆ ਸੀ। ਉਸਨੇ ਬੜੇ ਹੀ ਘਮੰਡ ਵਿੱਚ ਸਾਧੂ ਨੂੰ ਕਿਹਾ ਕਿ ਹੁਣ ਛੱਡੋ ਵੀ ਸਾਧੂ ਮਹਾਰਾਜ, ਹੁਣ ਹੀਰਿਆਂ ਤੋਂ ਅੱਗੇ ਹੋਰ ਕੀ ਹੋਵੇਗਾ? ਤਾਂ ਫਿਰ ਉਸ ਸਾਧੂ ਨੇ ਕਿਹਾ ਕਿ ਹੀਰਿਆਂ ਤੋਂ ਅੱਗੇ ਮੈਂ ਹਾਂ।
ਤੂੰ ਮੈਨੂੰ ਇੱਕ ਗੱਲ ਦੱਸ, ਤੈਨੂੰ ਕਦੇ ਇਹ ਖਿਆਲ ਨਹੀਂ ਆਇਆ ਕਿ ਜੋ ਸਾਧੂ ਹੈ ਜੰਗਲ ਵਿੱਚ ਮਸਤ ਬੈਠਾ ਹੈ, ਜਿਸ ਨੂੰ ਹੀਰਿਆਂ ਦੀ ਖਦਾਨ ਦਾ ਪਤਾ ਹੈ, ਸੋਨੇ ਦੀ ਖਦਾਨ ਦਾ ਪਤਾ ਹੈ, ਪਰ ਨਾ ਤਾਂ ਇਹ ਹੀਰੇ ਢੋ ਰਿਹਾ ਹੈ ਨਾ ਹੀ ਸੋਨਾ ਢੋ ਰਿਹਾ ਹੈ। ਸ਼ਾਇਦ ਉਸ ਨੂੰ ਹੀਰਿਆਂ ਤੋਂ ਵੱਡਾ ਕੋਈ ਅਨਮੋਲ ਖਜ਼ਾਨਾ ਮਿਲ ਗਿਆ ਹੈ, ਤਾਂ ਹੀ ਤਾਂ ਉਹ ਸ਼ਾਂਤ ਬੈਠਾ ਹੈ, ਆਨੰਦ ਵਿੱਚ ਬੈਠਾ ਹੋਇਆ ਹੈ। ਕੀ ਤੈਨੂੰ ਕਦੇ ਇਹ ਵਿਚਾਰ ਨਹੀਂ ਆਇਆ? ਉਸ ਸਾਧੂ ਦੀ ਗੱਲ ਸੁਣ ਕੇ ਉਹ ਲੱਕੜਹਾਰਾ ਰੋਣ ਲੱਗਾ ਤੇ ਸਾਧੂ ਦੇ ਪੈਰ ਫੜ ਕੇ ਕਹਿਣ ਲੱਗਾ ਕਿ ਮੈਂ ਵੀ ਕੈਸਾ ਮੂਰਖ ਹਾਂ, ਕਦੇ ਸੋਚਿਆ ਹੀ ਨਹੀਂ ਕਿ ਜਿਸ ਨੇ ਇਹ ਸੋਨੇ ਚਾਂਦੀ ਹੀਰੇ ਜਵਾਹਰਾਤ ਛੱਡ ਦਿੱਤੇ, ਉਸ ਦੇ ਕੋਲ ਜ਼ਰੂਰ ਹੀ ਹੀਰੇ ਜਵਾਹਰਾਤ ਤੋਂ ਵੱਧ ਕੇ ਕੋਈ ਵੱਡਾ ਧਨ ਹੋਵੇਗਾ। ਮੈਂ ਜਾਣਨਾ ਚਾਹੁੰਦਾ ਹਾਂ ਮਹਾਰਾਜ, ਤੁਹਾਡੇ ਕੋਲ ਉਹ ਕਿਹੜਾ ਧਨ ਹੈ ਜਿਸ ਦੇ ਸਾਹਮਣੇ ਇਹ ਦੁਨਿਆਵੀ ਦੌਲਤ ਸਾਰੀ ਛੋਟੀ ਪੈ ਜਾਂਦੀ ਹੈ। ਲੱਕੜਹਾਰੇ ਦੀ ਗੱਲ ਸੁਣ ਕੇ ਸਾਧੂ ਨੇ ਕਿਹਾ ਕਿ ਉਹੀ ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਧਨ ਦਾ ਨਾਮ ਹੈ ਧਿਆਨ। ਲੱਕੜਹਾਰੇ ਨੇ ਕਿਹਾ ਕਿ ਧਿਆਨ? ਮੈਨੂੰ ਤਾਂ ਧਿਆਨ ਕਰਨਾ ਆਉਂਦਾ ਹੀ ਨਹੀਂ, ਮੈਨੂੰ ਤਾਂ ਧਿਆਨ ਕਰਨ ਦੇ ਬਾਰੇ ਕੁਝ ਪਤਾ ਹੀ ਨਹੀਂ ਹੈ। ਤਾਂ ਸਾਧੂ ਨੇ ਕਿਹਾ ਕਿ ਧਿਆਨ ਕਰਨਾ ਬਹੁਤ ਆਸਾਨ ਹੈ, ਤੂੰ ਬਾਹਰ ਦਾ ਧਨ ਤਾਂ ਬਹੁਤ ਇਕੱਠਾ ਕਰ ਲਿਆ ਤੇ ਹੁਣ ਜ਼ਰਾ ਆਪਣੇ ਅੰਦਰ ਦੇ ਵੱਲ ਮੁੜ ਜਾ ਤੇ ਆਰਾਮ ਦੇ ਨਾਲ ਬੈਠ ਕੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਵੱਲ ਧਿਆਨ ਮਾਰ ਕੇ ਦੇਖ ਕਿ ਤੇਰੇ ਅੰਦਰ ਕੀ ਚੱਲ ਰਿਹਾ ਹੈ। ਤੇ ਜੇਕਰ ਧਿਆਨ ਕਰਦੇ ਸਮੇਂ ਤੈਨੂੰ ਕੋਈ ਅਨੁਭਵ ਹੋਵੇ ਤਾਂ ਉਸ ਅਨੁਭਵ ਨੂੰ ਫੜ ਕੇ ਨਾ ਬੈਠੀ, ਬਸ ਦੇਖੀ ਜਾਵੀਂ। ਹੋ ਸਕਦਾ ਹੈ ਤੈਨੂੰ ਕੋਈ ਅਲੌਕਿਕ ਸ਼ਕਤੀ ਮਿਲੇ, ਪਰ ਤੂੰ ਉਸ ਨੂੰ ਵੀ ਫੜਨਾ ਨਹੀਂ ਹੈ। ਤੂੰ ਉਦੋਂ ਤੱਕ ਆਪਣੇ ਅੰਦਰ ਦੇਖਦੇ ਰਹਿਣਾ ਹੈ ਜਦੋਂ ਤੱਕ ਤੇਰੇ ਮਨ ਦੇ ਸਾਰੇ ਵਿਚਾਰ ਸ਼ਾਂਤ ਨਾ ਹੋ ਜਾਣ। ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੀਂ, ਜ਼ਬਰਦਸਤੀ ਕਿਸੇ ਵੀ ਅਨੁਭਵ ਨੂੰ ਕਰਨ ਦੀ ਕੋਸ਼ਿਸ਼ ਨਾ ਕਰੀਂ ਤੇ ਨਾ ਇਸ ਵਿਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਂ। ਤੇ ਫਿਰ ਜਦੋਂ ਤੇਰੇ ਅੰਦਰ ਕੋਈ ਵਿਚਾਰ ਨਹੀਂ ਰਹੇਗਾ, ਕੋਈ ਅਨੁਭਵ ਨਹੀਂ ਰਹੇਗਾ, ਤਾਂ ਤੂੰ ਚਿੰਤਾ ਮੁਕਤ ਹੋ ਜਾਵੇਂਗਾ ਤੇ ਸ਼ਾਂਤ ਹੋ ਕੇ ਸਮਾਧੀ ਵਿੱਚ ਲੀਨ ਹੋ ਜਾਵੇਂਗਾ। ਤੇ ਫਿਰ ਤੇਰਾ ਮਨ ਇੱਧਰ ਉੱਧਰ ਨਹੀਂ ਭਟਕੇਗਾ ਤੇ ਫਿਰ ਚਾਰੇ ਪਾਸੇ ਸ਼ਾਂਤੀ ਹੋਵੇਗੀ ਤੇ ਉਸੇ ਸ਼ਾਂਤੀ ਵਿੱਚ ਹੀ ਬਲਦਾ ਹੈ ਆਤਮ ਗਿਆਨ ਦਾ ਦੀਵਾ। ਧਿਆਨ ਕਰਨ ਦੇ ਲਈ ਇੱਕ ਚੀਜ਼ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈ ਸਬਰ। ਤੁਹਾਡੇ ਅੰਦਰ ਇੰਨਾ ਸਬਰ ਹੋਣਾ ਚਾਹੀਦਾ ਹੈ ਕਿ ਘਟਨਾ ਅੱਜ ਘਟੇ ਜਾਂ ਕਈ ਸਾਲਾਂ ਬਾਅਦ ਤੁਸੀਂ ਧਿਆਨ ਕਰਨ ਦੇ ਲਈ ਹਮੇਸ਼ਾ ਤਿਆਰ ਰਹੋ। ਦੋਸਤੋ, ਜੇਕਰ ਤੁਹਾਨੂੰ ਸ਼ੁਰੂਆਤ ਵਿੱਚ ਧਿਆਨ ਕਰਨ ਵਿੱਚ ਜਾਂ ਸਿਮਰਨ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ 5 ਮਿੰਟ ਤੋਂ ਸ਼ੁਰੂਆਤ ਕਰ ਸਕਦੇ ਹੋ। 5 ਮਿੰਟ ਤੋਂ ਅਭਿਆਸ ਦੀ ਸ਼ੁਰੂਆਤ ਕਰ ਸਕਦੇ ਹੋ। ਜੇਕਰ 5 ਮਿੰਟ ਨਹੀਂ ਕਰ ਸਕਦੇ ਤਾਂ 2 ਮਿੰਟ ਤੋਂ ਅਭਿਆਸ ਕਰਨਾ ਸ਼ੁਰੂ ਕਰ ਸਕਦੇ ਹੋ। ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ, ਤੁਸੀਂ ਇਸ ਅਭਿਆਸ ਨੂੰ, ਸਿਮਰਨ ਦੇ ਅਭਿਆਸ ਨੂੰ, ਧਿਆਨ ਕਰਨ ਦੇ ਅਭਿਆਸ ਨੂੰ ਲਗਾਤਾਰ ਕਰਨਾ ਹੈ, ਤਾਂ ਹੀ ਤੁਹਾਨੂੰ ਰਿਜ਼ਲਟ ਮਿਲਣਗੇ। ਜੇਕਰ ਲਗਾਤਾਰ ਨਹੀਂ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਨਹੀਂ ਮਿਲਣਗੇ। सो दोस्तों, इसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, इत्थे ही ये कहानी खत्म होंदी है। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।